ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਹਰ ਕੁਰਬਾਨੀ ਦੇਣ ਲਈ ਤਿਆਰ ਹਾਂ, ਦੂਜੇ ਪਾਸੇ ਵੱਖਰਾ ਧਰਨਾ ਲਗਾ ਕੇ ਕਿਸਾਨਾਂ ਨੂੰ ਦੋ ਫਾੜ ਕੀਤਾ ਗਿਆ। ਇੱਕ ਉਸ ਤੋਂ ਵੀ ਗੰਦੀ ਪਾਰਟੀ ਆ ਗਈ ਆਮ ਆਦਮੀ ਪਾਰਟੀ, ਜਿਨ੍ਹਾਂ ਦਾ ਕੰਮ ਸਾਰੇ ਸਮਾਜ ਦੇ ਵਿੱਚ ਜ਼ਹਿਰ ਘੁਲਣਾ, ਹੋਰ ਕੋਈ ਨਹੀਂ। ਕੇਜਰੀਵਾਲ 1 ਮਹੀਨੇ ਤੋਂ ਐ ਜਿਵੇਂ ਜਿੱਪ ਲੱਗੀ ਹੁੰਦੀ ਮੂੰਹ ਨੂੰ। ਇਸ ਕਰਕੇ ਇਹ ਲੋਕ ਜ਼ਹਿਰ ਘੁਲ ਰਹੇ ਆ। ਕਿਸਾਨ ਜਥੇਬੰਦੀ ਜਾਂ ਕੋਈ ਚੰਗਾ ਕਿਸਾਨ ਇਹਨੂੰ ਇਤਰਾਜ਼ ਨਹੀਂ ਕਰਦਾ। ਧਰਨੇ ਦੌਰਾਨ ਨਾਅਰੇ ਲਗਾਏ ਗਏ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਬਿੱਲ ਦੇ ਵਿਰੋਧ ਦੇ ਵਿੱਚ ਸੁਭਾਵਿਕ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਗਏ ਆ। ਮੈਨੂੰ ਇਹ ਦੱਸੋ ਕਿ ਤੁਸੀਂ ਚੰਡੀਗੜ੍ਹ ਲੰਘ ਕੇ ਪਹਿਲਾਂ ਐਡੀ ਕਾਹਲੀ ਦਿੱਲੀ ਕਿਉਂ ਪਹੁੰਚ ਜਾਂਦੇ ਹੋ? ਕਾਂਗਰਸ ਤੋਂ ਬੇਈਮਾਨ ਵੱਡਾ ਕੌਣ ਹੈ? ਤੇ ਤੁਹਾਡੀ ਅਕਾਲੀ ਆਗੂ ਨੇ ਕਹਿਣਾ ਕਿ 1-2 ਦਿਨ ਦਾ 2-4 ਦਿਨ ਦੇ ਵਿੱਚ ਪੜਾਕਾ ਪੈਣ ਵਾਲਾ, ਕਿ ਅਸੀਂ ਗੱਠਜੋੜ ਟੁੱਟਣ ਵਾਲਾ ਹੀ ਆ। ਇਹ ਗੱਲ ਕੀ ਸਹੀ ਹੈ? ਜਦੋਂ ਗਰਮੀ 'ਚ ਭਾਸ਼ਣ ਹੁੰਦੇ ਆ ਨਾ, ਇੰਨੇ ਮੌਸਮ 'ਚ ਇੱਦਾਂ ਦੇ ਹੁੰਦੇ ਆ। ਤਿਆਰੀ 'ਚ, ਬਿਲਕੁਲ ਤਿਆਰੀ 'ਚ। ਕਦੋਂ ਤੱਕ? ਬਸ ਤਿਆਰੀ ਆ ਹੁਣ ਦੇਖ ਲਓ 2-4 ਦਿਨਾਂ ਦੇ ਵਿੱਚ ਕੀ ਹੋਣਾ, ਪਟਾਕਾ ਪੈਣੇ ਵਾਲਾ। ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਸੋਧ ਬਿੱਲ ਦੇ ਵਿਰੋਧ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਗੱਲ ਕਹੀ ਗਈ ਆ। ਬੀਬੀ ਹਰਸਿਮਰਤ ਕੌਰ ਵੱਲੋਂ ਵੀ ਅਸਤੀਫਾ ਦਿੱਤਾ ਗਿਆ। ਉਸ ਦੇ ਬਾਵਜੂਦ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਕਿਸਾਨ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਨੇ ਸਿਆਸੀ ਪਾਰਟੀਆਂ ਦਾ। ਤੇ ਅੱਜ ਅਕਾਲੀ ਦਲ ਵੱਲੋਂ ਰੂਪਨਗਰ ਵਿਖੇ ਧਰਨਾ ਦਿੱਤਾ ਗਿਆ ਤੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ। ਗੱਲ ਕਰਾਂਗੇ ਇਹਨਾਂ ਦੇ ਨਾਲ ਧਰਨੇ ਸੰਬੰਧੀ ਤੇ ਜੋ ਵਿਰੋਧੀਆਂ ਵੱਲੋਂ ਆਰੋਪ ਲਾਏ ਜਾ ਰਹੇ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਜਾਣਾਂਗੇ। ਚੀਮਾ ਸਾਹਿਬ, ਅੱਜ ਧਰਨਾ ਲਗਾਇਆ ਗਿਆ ਅਕਾਲੀ ਦਲ ਵੱਲੋਂ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ, ਕੀ ਅੱਗੇ ਜਾ ਕੇ ਕੀ ਰਣਨੀਤੀ ਬਣਾਈ ਜਾ ਰਹੀ ਹੈ? ਦੇਖੋ, ਗੱਲ ਇਹ ਹੈ ਕਿ ਪਹਿਲੀ ਲੜਾਈ ਸੀਗੀ ਪਾਰਲੀਮੈਂਟ ਦੇ ਅੰਦਰ। ਉਸ ਲੜਾਈ ਦੇ ਵਿੱਚ ਭਾਵੇਂ ਬਹੁਤ ਸਾਰੀਆਂ ਪਾਰਟੀਆਂ ਨੇ ਬੇਈਮਾਨੀ ਕੀਤੀ ਹੈ ਕਿਸਾਨ ਦੇ ਨਾਲ, ਕਾਂਗਰਸ ਵੀ ਉਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਈ ਹੈ ਖੁੱਲ੍ਹ ਕੇ, ਕਿਉਂਕਿ ਉਹਦਾ ਆਪਣਾ ਹੀ ਮੈਨੀਫੈਸਟੋ ਜਿਹੜਾ ਮੰਡੀਆਂ ਖਤਮ ਕਰਨ ਵਾਲੇ ਪਾਸੇ ਸੀ, ਆਪਣੀ ਉਹਦੇ ਮੁੱਖ ਮੰਤਰੀ ਜਿਹੜੇ ਆ ਹਾਈ ਪਾਵਰਡ ਕਮੇਟੀ ਦੇ ਵਿੱਚ ਸੀ। ਪਰ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਵਿਰੋਧ ਵੀ ਕੀਤਾ, ਖਿਲਾਫ ਵੀ ਵੋਟ ਪਾਈ, ਔਰ ਵੱਡਾ ਜਿਹੜਾ ਡਿਸੀਜਨ ਸੀ ਕਿ ਕੇਂਦਰ ਸਰਕਾਰ ਦੇ ਵਿੱਚੋਂ ਆਪਣੇ ਮਿਨਿਸਟਰੀ ਦੇ ਵਿੱਚੋਂ, ਵਜ਼ਾਰਤ ਦੇ ਵਿੱਚੋਂ ਅਸਤੀਫਾ ਦਿੱਤਾ। ਅੱਜ ਅਸੀਂ 3 ਘੰਟੇ ਦਾ ਚੱਕਾ ਜਾਮ ਦਾ ਪ੍ਰੋਗਰਾਮ ਸਾਰੇ ਪੰਜਾਬ 'ਚ ਕੀਤਾ। 1 ਤਰੀਕ ਨੂੰ ਤਿੰਨਾਂ ਹੀ ਤਖਤ ਸਾਹਿਬਾਨਾਂ ਤੋਂ ਵੱਡੇ ਕਾਫਲੇ ਜਿਹੜੇ ਆ, ਇੱਕ ਤਾਂ ਤੋਂ ਪ੍ਰਧਾਨ ਸਾਹਿਬ ਚੱਲਣਗੇ, ਬੀਬੀ ਹਰਸਿਮਰਤ ਕੌਰ ਬਾਦਲ ਚੱਲਣਗੇ ਦਮਦਮਾ ਸਾਹਿਬ ਤੋਂ, ਇੱਥੋਂ ਚੰਦੂ ਮਾਜਰਾ ਸਾਹਿਬ, ਤੇ ਮੈਂ ਅਸੀਂ ਇੱਥੋਂ ਸ਼ੁਰੂ ਕਰਾਂਗੇ। ਸਾਰੇ ਪੰਜਾਬ ਦੇ 117 ਹਲਕਿਆਂ ਦੇ ਵਰਕਰ ਉਹਦੇ 'ਚ ਕਾਫਲਿਆਂ 'ਚ ਸ਼ਾਮਲ ਹੋਣਗੇ। ਅਸੀਂ ਮੋਹਾਲੀ ਜਿਹੜਾ ਦੁਸਹਿਰਾ ਗਰਾਊਂਡ ਪਹੁੰਚ ਕੇ ਉੱਥੋਂ ਫਿਰ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇਣ ਵਾਸਤੇ ਰਾਸ਼ਟਰਪਤੀ ਦੇ ਨਾਮ 'ਤੇ ਜਾਵਾਂ। ਅਗਲੇ ਜਿਹੜੇ ਇਸ ਤੋਂ ਬਾਅਦ ਪ੍ਰੋਗਰਾਮ ਹੈ ਉਹ ਫਿਰ ਪਾਰਟੀ ਦੀ ਮੀਟਿੰਗ ਤੋਂ ਬਾਅਦ ਕਰਾਂਗੇ। ਚੀਮਾ ਸਾਹਿਬ, ਵੱਖਰਾ ਅੱਜ ਧਰਨਾ ਲਗਾਇਆ ਗਿਆ ਪੰਜਾਬ ਵਿੱਚ, ਕਿਸਾਨ ਜਥੇਬੰਦੀਆਂ ਵੱਲੋਂ ਵੀ ਲਗਾਇਆ ਗਿਆ ਸੀਗਾ, ਕਾਂਗਰਸ ਦੇ ਵਾਲੇ ਵੀ ਸ਼ਾਮਲ ਹੋਏ ਉਸ ਧਰਨੇ ਦੇ ਵਿੱਚ ਕਿਸਾਨਾਂ ਦੇ ਨਾਲ, ਆਮ ਆਦਮੀ ਪਾਰਟੀ ਵਾਲੇ ਵੀ ਸ਼ਾਮਲ ਹੋਏ। ਕਿਸਾਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਕਿ ਅਕਾਲੀ ਦਲ ਵੱਲੋਂ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਹਰ ਕੁਰਬਾਨੀ ਦੇਣ ਲਈ ਤਿਆਰ ਹਾਂ, ਦੂਜੇ ਪਾਸੇ ਵੱਖਰਾ ਧਰਨਾ ਲਗਾ ਕੇ ਕਿਸਾਨਾਂ ਨੂੰ ਦੋ ਫਾੜ ਕੀਤਾ ਗਿਆ। ਦੇਖੋ, ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਇਤਰਾਜ਼ ਕਿਸ ਚੀਜ਼ ਦਾ ਹੈ? ਅਸੀਂ ਤੇ ਪਹਿਲਾਂ ਤੋਂ ਹੀ ਪਾਰਲੀਮੈਂਟ ਦੇ ਅੰਦਰ ਬਾਹਰ ਸਾਰੇ ਇਹੀ ਲੜਾਈ ਲੜਦੇ ਆਏ, ਔਰ ਅਗਲਾ ਉਹਦਾ ਕੰਮ ਹੁੰਦਾ ਹੈ ਕਿ ਤੁਸੀਂ ਸਾਰੇ ਵਰਕਰਾਂ ਨੂੰ ਕਹੋ ਕਿ ਇਹਦੇ 'ਤੇ ਪਹਿਰਾ ਦਿਓ, ਕਿਉਂਕਿ ਹੁਣ ਹਿੰਦੁਸਤਾਨ ਲੈਵਲ ਦੇ ਉੱਤੇ ਜੇ ਤੁਸੀਂ ਗੱਲ ਨੂੰ ਪਹੁੰਚਾਉਣਾ ਤਾਂ ਜਿੰਨੀ ਸ਼ਕਤੀ ਵੱਧ ਇਕੱਤਰ ਕਰੋਗੇ ਉਨੀ ਵੱਧ ਗੱਲ। ਹੁਣ ਤੁਹਾਨੂੰ ਕੋਈ ਦਿੱਕਤ ਹੈ ਤੇ ਮੈਂ ਆਪਣਾ ਬੰਦੇ ਇਕੱਠੇ ਕਰਕੇ ਸਾਰੇ ਉੱਥੇ ਧਰਨਾ ਲਾਉਣਾ ਤੁਹਾਡੇ ਹੱਕ ਦੇ ਵਿੱਚ, ਤੇ ਇਹਦੇ ਵਿੱਚ ਮੈਨੂੰ ਦੱਸੋ ਵੀ ਤੁਸੀਂ ਤਾਂ ਕਹੋਗੇ ਵੀ ਚੰਗੀ ਗੱਲ ਹੈ ਵੀ ਧੰਨਵਾਦ ਦੇ ਬੰਦਾ ਸੋਚਦਾ, ਵੈਸੇ ਤਾਂ ਸਾਡਾ ਤਾਂ ਧੰਨਵਾਦ ਬੰਦਾ ਨਹੀਂ, ਇਸ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਜੋ ਪਹਿਲਾਂ ਵੀ ਕੀਤਾ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਪਰ ਆਹ ਨਵੀਂ ਤਰ੍ਹਾਂ ਦਾ ਇਤਰਾਜ਼ ਹੈ ਵੀ ਬੰਦਾ ਕਹਿੰਦਾ ਵੀ ਸਾਡੇ ਹੱਕ 'ਚ ਧਰਨਾ ਕਿਉਂ ਹੈ। ਇਹ ਕੌਣ ਕਹਿੰਦਾ ਤੁਹਾਨੂੰ? ਮੈਨੂੰ ਨਾਮ ਹੀ ਦੱਸਿਆ ਕਰੋ ਨਾ ਇਹਨਾਂ ਬੰਦਿਆਂ ਦੇ, ਤਾਂ ਜੋ ਕਿਸਾਨਾਂ ਨੂੰ ਵੀ ਪਤਾ ਲੱਗਣ ਵੀ ਇਹ ਕੀ ਰਾਜਨੀਤੀ ਨਵੀਂ ਚੱਲ ਪਈ ਹੈ। ਇਹਨਾਂ ਦਾ ਨਾਂ ਜ਼ਰੂਰ ਦੱਸਿਆ ਕਰੋ ਜਿਹੜਾ ਲੀਡਰ ਕਹਿੰਦਾ ਨਾ ਵੀ ਆਹ ਜਿਹੜਾ ਵੀ ਕੋਈ ਵੀ ਅਕਾਲੀ ਧਰਨਾ ਨਾ ਲਾਵੇ ਸਾਡੇ ਹੱਕ 'ਚ, ਉਸ ਲੀਡਰ ਦਾ ਟੀਵੀ ਦੇ ਉੱਤੇ ਨਾਂ ਤੇ ਜ਼ਰੂਰ ਫੋਟੋ ਚਲਾਇਆ ਕਰੋ। ਨਹੀਂ, ਉਹਨਾਂ ਨੇ ਧਰਨਾ ਨਾ ਲਾਉਣ ਦੀ ਗੱਲ ਨਹੀਂ ਕੀਤੀ। ਉਹਨੇ ਕਿਹਾ ਕਿ ਵੱਖਰਾ ਧਰਨਾ ਕਿਉਂ, ਜੇ ਸਾਥ ਦੇਣਾ ਚਾਹੁੰਦੇ ਆ, ਜੇ ਨਾਲ ਖੜੇ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਵੱਖਰਾ ਧਰਨਾ ਲਾਉਣ ਦਾ ਮਤਲਬ ਕਹਿੰਦੇ ਕਿ ਵੋਟਾਂ ਦੀ ਰਾਜਨੀਤੀ ਕਰ ਰਹੀ ਆ, ਕਿਉਂ ਵੱਖਰਾ ਧਰਨਾ ਲਗਾਇਆ ਗਿਆ? ਇਹ ਸਵਾਲ ਪੁੱਛ ਰਹੇ ਆ। ਕਿਹਦੇ ਨਾਲ ਸਲਾਹ ਕਰਦੇ? ਮੈਨੂੰ ਤਾਂ ਤੁਸੀਂ ਉਹ ਲੀਡਰ ਦਾ ਨਾਂ ਦੱਸੋ ਨਾ ਜਿਹਦਾ ਕੋਈ ਸਾਨੂੰ ਸੰਪਰਕ ਕੀਤਾ ਹੋਵੇ ਵੀ ਅਸੀਂ ਇੱਥੇ ਧਰਨਾ ਲਾਉਣਾ ਤੇ ਅਸੀਂ ਉਹਨੂੰ ਜਵਾਬ ਦਿੱਤਾ ਹੋਵੇ। ਕੋਈ ਨਾਂ ਦੱਸੋ ਨਾ, ਕੋਈ ਲੀਡਰ ਆ ਕੇ। ਮੈਂ ਤੁਹਾਡੇ ਰਾਹੀਂ ਪੁੱਛਦਾ ਕਿ ਕਿਸੇ ਨੇ ਪਾਰਟੀ ਨੂੰ
ਸਾਡੇ ਨੂੰ ਆ ਕੇ ਕੋਈ ਲਿਖਤੀ ਤੌਰ ਤੇ ਦਿੱਤਾ ਹੋਵੇ ਦਫ਼ਤਰ ਦੇ ਵਿੱਚ ਵੀ ਆਹ ਸਾਡਾ ਪ੍ਰੋਗਰਾਮ ਹੈ, ਇੱਥੇ ਸਾਡੀ ਮਦਦ ਕਰੋ, ਅਸੀਂ ਨਾ ਕੀਤੀ ਹੋਵੇ। ਅਸੀਂ ਤਾਂ ਸਾਰੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਆਪਣੇ ਦਫ਼ਤਰ ਬੁਲਾਇਆ, ਟਾਈਮ ਦੇ ਕੇ ਸਾਰੀ ਲੀਡਰਸ਼ਿਪ ਸਾਡੀ ਬੈਠੀ, ਪ੍ਰਧਾਨ ਸਾਹਿਬ ਬੈਠੇ, 3 ਦਿਨ ਅਸੀਂ ਉਹਨਾਂ ਨਾਲ ਡਿਸਕਸ਼ਨ ਕੀਤੀ, ਕਿਉਂਕਿ ਇਕੱਲੇ ਨੂੰ ਇੱਕ ਅੱਧੀ ਜਥੇਬੰਦੀ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਦਫ਼ਤਰ ਤਾਂ ਆਵਾਂਗੇ, ਤੁਸੀਂ ਰਿਟਨ ਦਿਓਗੇ। ਅਸੀਂ ਲਿਖਤੀ ਚਿੱਠੀ ਭੇਜੀ ਵੀ ਕਿਉਂਕਿ ਅਸੀਂ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟ ਕਰਨਾ, ਤੁਸੀਂ ਸਾਨੂੰ ਆ ਕੇ ਆਪਣਾ ਜਿਹੜਾ ਜੋ ਫੀਲ ਕਰਦੇ ਹੋ ਸਾਨੂੰ ਆ ਕੇ ਗਾਈਡ ਕਰੋ, ਕਿਉਂਕਿ ਤੁਸੀਂ ਵੀ ਕਿਸਾਨਾਂ ਦੇ ਨੁਮਾਇੰਦੇ। ਇਸ ਕਰਕੇ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਕਿ ਬੜਾ ਅਜੀਬ ਜਿਹੀ ਸਥਿਤੀ ਹੈ, ਕਿਉਂਕਿ ਕਿਤੇ ਵੀ ਹੋਵੇ ਦੁਨੀਆ ਦੇ ਵਿੱਚ ਜੇ ਕਿਸੇ ਦੇ ਉੱਤੇ ਕੋਈ ਲੱਗਦਾ ਕਿਸੇ ਨੂੰ ਕੋਈ ਮੁਸੀਬਤ ਹੈ, ਕੋਈ ਉਹਦੀ ਮਦਦ ਕਰੇ, ਤੇ ਪਹਿਲੀ ਵਾਰੀ ਮੈਂ ਸੁਣਿਆ ਵੀ ਕਿਤੋਂ ਇਤਰਾਜ਼ ਹੋ ਰਿਹਾ। ਇਹ ਘਟੀਆ ਜਿਹੜੀ ਰਾਜਨੀਤੀ ਹੈ ਕਾਂਗਰਸ ਪਾਰਟੀ ਦੀ। ਦੇਖੋ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਕਿਸਾਨਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਇੱਕ ਉਸ ਤੋਂ ਵੀ ਗੰਦੀ ਪਾਰਟੀ ਆ ਗਈ ਆਮ ਆਦਮੀ ਪਾਰਟੀ, ਜਿਨ੍ਹਾਂ ਦਾ ਕੰਮ ਸਾਰੇ ਸਮਾਜ ਦੇ ਵਿੱਚ ਜ਼ਹਿਰ ਘੁਲਣਾ, ਹੋਰ ਕੋਈ ਨਹੀਂ। ਇਹ ਸਾਰੇ ਰਲੇ ਉੱਥੇ, ਆਮ ਆਦਮੀ ਪਾਰਟੀ ਵੀ ਤੇ ਕਾਂਗਰਸ ਦਾ ਵੀ ਬੇੜਾ ਗਰਕ ਹੋਇਆ ਤੇ ਤਾਂ ਰਾਜ ਸਭਾ 'ਚ ਬਿੱਲ ਪਾਸ ਹੋਏ। ਤੁਸੀਂ ਇਹ ਦੇਖੋ ਕਿ ਜੇ ਕਾਂਗਰਸ ਪਾਰਟੀ ਬੰਦਿਆਂ ਵਾਂਗੂ ਖੜਦੀ, ਹੁਣ ਮੈਂ ਜ਼ਿਮੀਂਦਾਰਾਂ ਵਾਲੀ ਭਾਸ਼ਾ 'ਚ ਗੱਲ ਕਰਦਾ, ਜੇ ਬੰਦਿਆਂ ਵਾਂਗੂ ਖੜਦੀ, ਕਿੱਥੇ ਸੀ ਸੋਨੀਆ ਗਾਂਧੀ ਜਿੰਨੇ ਦਿਨ ਬਿੱਲ ਇੱਥੇ ਪੇਸ਼ ਹੋਇਆ? ਕਿੱਥੇ ਸੀ ਰਾਹੁਲ ਗਾਂਧੀ? ਕਿੱਥੇ ਸੀਗਾ ਡਾਕਟਰ ਮਨਮੋਹਨ ਸਿੰਘ? ਕਿੱਥੇ ਸੀ ਕਪਿਲ ਸਿੱਬਲ? ਕਿੱਥੇ ਸੀ ਲੀਡਰ ਆਫ ਦੀ ਆਪੋਜੀਸ਼ਨ? ਕੋਈ ਇੱਕ ਬੰਦੇ ਦੀ ਮੈਨੂੰ ਸਪੀਚ ਦਿਖਾਓ ਜਿਹੜਾ ਇਹਨਾਂ ਬਿੱਲਾਂ ਦੇ ਖਿਲਾਫ ਪਾਰਲੀਮੈਂਟ 'ਚ ਬੋਲਿਆ ਹੈ। ਪੰਜਾਬ ਦੇ ਐਮਪੀ ਨੂੰ ਅੱਗੇ ਕਰਤਾ। ਇਹ ਪੰਜਾਬ ਦਾ ਕੇਸ ਨਹੀਂ, ਸਾਰੇ ਦੇਸ਼ ਦਾ ਕੇਸ ਸੀਗਾ। ਕਾਂਗਰਸ ਦੀ ਸਾਂਝ ਹੈਗੀ ਆ ਇਹਨਾਂ ਨਾਲ, ਸਰਕਾਰ ਬਣਾਈ ਹੈ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ। ਸ਼ਿਵ ਸੈਨਾ ਕਿਵੇਂ ਵੋਟਾਂ ਪਾ ਗਈ? ਰਾਜ ਸਭਾ ਦੇ ਵਿੱਚ ਤਾਂ ਆਰਾਮ ਦੇ ਨਾਲ ਬਿੱਲ ਨੂੰ ਡਿੱਗਿਆ ਜਾ ਸਕਦਾ ਸੀ ਜੇ ਸਾਡੇ ਵਾਂਗੂ ਚਟਾਨ ਵਾਂਗੂ ਖੜ੍ਹਦੇ। ਕਾਂਗਰਸ ਨੇ ਸਮਝੌਤਾ ਕਰ ਲਿਆ, ਸ਼ਿਵ ਸੈਨਾ ਨੂੰ ਕਿਹਾ ਕਿ ਤੁਸੀਂ ਵੋਟਾਂ ਪਾ ਦਿਓ, ਆਪ ਗੈਰ ਹਾਜ਼ਰ ਹੋ ਗਏ। ਕੇਜਰੀਵਾਲ 1 ਮਹੀਨੇ ਤੋਂ ਐ ਜਿਵੇਂ ਜਿੱਪ ਲੱਗੀ ਹੁੰਦੀ ਮੂੰਹ ਨੂੰ, ਕੋਈ ਕਿਤੇ ਗੱਲ ਹੋਵੇ ਤਾਂ ਉਹਦਾ ਬਿਆਨ ਆਉਣਾ ਹੀ ਹੁੰਦਾ। ਕਿਸਾਨਾਂ ਦਾ ਐਡਾ ਵੱਡਾ ਕੰਮ ਹੈ, ਇੱਕ ਦਿਨ ਨੇ ਮੂੰਹ ਨਹੀਂ ਖੋਲ੍ਹਿਆ। ਭਗਵੰਤ ਮਾਨ 2.5 ਮਿੰਟ ਬੋਲਿਆ, ਕੱਢ ਕੇ ਦੇਖ ਲਿਓ, 2.25 ਮਿੰਟ ਅਕਾਲੀ ਦਲ ਦੇ ਖਿਲਾਫ। ਤੇ ਵੋਟ ਕਿਉਂ ਨਹੀਂ ਪਾਈ ਭਗਵੰਤ ਮਾਨ ਨੂੰ, ਪੁੱਛੋ ਇਹਨਾਂ ਨੂੰ। ਇਸ ਕਰਕੇ ਇਹ ਲੋਕ ਜ਼ਹਿਰ ਘੋਲ ਰਹੇ ਆ। ਕਿਸਾਨ ਜਥੇਬੰਦੀ ਜਾਂ ਕੋਈ ਚੰਗਾ ਕਿਸਾਨ ਇਹਨੂੰ ਇਤਰਾਜ਼ ਨਹੀਂ ਕਰਦਾ। ਸਾਡੇ ਭਰਾ ਹੈ, ਸਾਡੇ 'ਚ ਕਿਸਾਨ ਘੱਟ ਆ, ਸਾਡੀ ਸਾਰੀ ਪਾਰਟੀ ਕਿਸਾਨਾਂ ਦੀ ਹੈ, ਤੇ ਸਾਨੂੰ ਇਹ ਕੇਜਰੀਵਾਲ ਮੱਤ ਦਊਗਾ? ਦੱਸੋ ਆ ਕੇ। ਇਹ ਗੰਦਾ ਕੰਮ ਇਹਨਾਂ ਨੇ ਪਹਿਲਾਂ ਜ਼ਹਿਰ ਘੋਲਿਆ ਤੇ ਪਹਿਲਾਂ ਹੋਰ ਬੋਲ ਕੇ ਝੂਠੇ ਧਾਰਮਿਕ ਮੁੱਦੇ ਬਣਾਏ। ਹੁਣ ਗੰਦਗੀ ਜਿਹੜੀ ਹੈ ਫਿਰ, ਕਿਉਂਕਿ ਇਹਨਾਂ ਨੂੰ ਕਾਂਗਰਸ ਨੂੰ ਤੇ ਇਹਨੂੰ ਮਿਲੀ ਭੁਗਤ ਹੈ। ਸਵੇਰੇ ਇਹਨਾਂ ਨੂੰ ਜੋ ਉੱਥੋਂ ਆਦੇਸ਼ ਮਿਲਦਾ ਕਾਂਗਰਸ ਭਵਨ ਤੋਂ, ਉਹ ਆਮ ਆਦਮੀ ਪਾਰਟੀ ਕਰ ਰਹੀ ਹੈ। ਮੈਂ ਤੁਹਾਡੇ ਨਾਲ ਹੀ ਪੁੱਛਦਾ, ਮੈਨੂੰ ਦੱਸੋ ਆ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਬੇਈਮਾਨ ਨਾ ਹੁੰਦੀਆਂ ਤੇ ਕਿਉਂ ਬਿੱਲ ਪਾਸ ਹੁੰਦਾ? ਤੁਸੀਂ ਦੋਸ਼ ਲਗਾ ਰਹੇ ਹੋ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ। ਉਹ ਦੋਸ਼ ਲਗਾ ਰਹੇ ਆ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਤੇ ਅਕਾਲੀ ਦਲ ਵਾਲੇ ਵਾਕਆਊਟ ਕਰਕੇ ਬਾਹਰ ਚਲੇ ਗਏ। ਇਹਨਾਂ ਨੇ ਮਤੇ ਦੇ ਵਿੱਚ ਜਿਹੜੀ ਹੈਗੀ ਆਪਣੇ ਸਹਿਮਤੀ ਨਹੀਂ ਦਿੱਤੀ ਗਈ। ਅਕਾਲੀ ਦਲ ਭੱਜੇ ਆ, ਕਿਉਂ ਭੱਜੇ ਆ? ਕਾਰਨ ਇਹ ਸੀ ਵੀ ਅਸੀਂ ਕਿਹਾ ਸੀ ਆਪਣਾ ਮੈਨੀਫੈਸਟੋ ਤਾਂ ਪੜ੍ਹ ਲਓ। ਅਮਰਿੰਦਰ ਸਿੰਘ ਨੂੰ ਕਿਹਾ ਸੀ, ਸਰਦਾਰ ਅਮਰਿੰਦਰ ਸਿੰਘ ਜੀ ਆਪਣਾ ਮੈਨੀਫੈਸਟੋ ਪੜ੍ਹੋ ਤੇ ਜਿਹੜਾ 2017 ਦੇ ਵਿੱਚ APMC ਐਕਟ ਅਮੈਂਡ ਕੀਤਾ ਉਹ ਪੜ੍ਹੋ ਤੇ ਦੋਨਾਂ 'ਚ ਫਰਕ ਦੱਸੋ। ਵੀ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ, ਪਹਿਲਾਂ ਆਪਣੇ ਵਾਲਾ ਰੱਦ ਕਰੋ ਵੀ ਬੇੜਾ ਤੁਸੀਂ ਗਰਕ ਕੀਤਾ। ਸ਼ੁਰੂਆਤ ਇਸ ਚੀਜ਼ ਦੀ ਤੁਸੀਂ ਪੰਜਾਬ 'ਚ ਕੀਤੀ ਹੈ। ਜਿਹੜੇ ਪੰਜਾਬ ਵਿਧਾਨ ਸਭਾ ਨੇ APMC ਐਕਟ ਦੇ ਵਿੱਚ 4 ਸੋਧਾਂ ਕੀਤੀਆਂ, ਉਹੀ ਹੈ ਜੋ ਆਰਡੀਨੈਂਸ ਦੇ ਵਿੱਚ ਹੈ। ਇੱਕ ਕੈਪਟਨ ਸਾਹਿਬ ਇਹ ਨਹੀਂ ਨਾ ਦੱਸਦੇ ਵੀ ਮੇਰੀ ਕਿਹੜੀ ਗੱਲ ਤੋਂ ਬੇਇੱਜ਼ਤੀ ਕੀਤੀ। ਇਹਨਾਂ ਨੂੰ ਪੁੱਛਿਆ ਸੀ ਵੀ ਆਹ ਜੋ ਤੁਸੀਂ ਕੀਤਾ ਇਹ ਕੀ ਕੀਤਾ। ਇਹਨਾਂ ਦਾ 2019 ਦਾ ਮੈਨੀਫੈਸਟੋ ਇਹਨਾਂ ਨੂੰ ਦੱਸਿਆ ਸੀ ਕਿ ਉਹਦੇ 'ਚ ਤਾਂ ਤੁਸੀਂ ਮੰਡੀਆਂ ਦਾ ਕਾਨੂੰਨ ਖਤਮ ਕਰਨ ਦੀ ਗੱਲ ਕੀਤੀ ਹੈ। APMC ਹੁਣ ਤਾਂ ਹਾਲੇ ਖਤਮ ਨਹੀਂ ਹੋਇਆ, ਪੈਰਲਲ ਨਵਾਂ ਸਿਸਟਮ ਚਾਲੂ ਹੋਇਆ ਤੇ ਤੁਸੀਂ ਤਾਂ ਇਸ ਤੋਂ ਬੱਜਰ ਗੁਨਾਹ ਕਰਕੇ ਤੇ ਉੱਥੇ ਕੀ ਜਾ ਕੇ ਕਹੋਗੇ? ਪਹਿਲਾਂ ਆਪਣੇ ਵਾਲਾ ਅਸੀਂ ਕਿਹਾ ਸੀ ਕਿ ਵਿਧਾਨ ਸਭਾ ਸੱਦੋ, ਇਹਨੂੰ ਪਹਿਲਾਂ ਕੈਂਸਲ ਕਰੀਏ ਤੇ ਫਿਰ ਜਾ ਕੇ ਦੇਸ਼ ਦੀ ਸਰਕਾਰ ਨੂੰ ਕਹਿਣ ਵਾਲੀ ਬਣੀ। ਇਹ ਗੱਲ ਉਹਨਾਂ ਨੂੰ ਕਹੀ ਸੀ। ਇਹ ਗੱਲ ਦੱਸ ਦੇਣੀ ਨਾ ਵੀ ਬਾਹਰ ਆ ਕੇ। ਚੀਮਾ ਸਾਹਿਬ, ਧਰਨੇ ਦੌਰਾਨ ਨਾਅਰੇ ਲਗਾਏ ਗਏ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਬਿੱਲ ਦੇ ਵਿਰੋਧ ਦੇ ਵਿੱਚ ਸੁਭਾਵਿਕ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਗਏ ਆ। ਉੱਥੇ ਅਗਰ ਬੇਈਮਾਨਾਂ ਦਾ ਰਾਜ ਆ, ਫਿਰ ਸਵਾਲ ਚੁੱਕ ਰਹੇ ਨੇ, ਵਿਰੋਧੀ ਪਾਰਟੀਆਂ ਚੁੱਕ ਰਹੇ, ਕਿਸਾਨ ਵੀ ਚੁੱਕ ਰਹੇ ਨੇ, ਫਿਰ ਗੱਠਜੋੜ ਕਿਸ ਦੇ ਲਈ ਆ? ਸਿਰਫ ਅਸਤੀਫਾ ਜਿਹੜਾ ਹੈਗਾ ਆਪਣੇ ਅਹੁਦੇ ਤੋਂ ਦਿੱਤਾ ਹੈ, MP ਦਾ ਹਲੇ ਤੱਕ ਬਰਕਰਾਰ ਆ, ਉਹ ਕਿਉਂ ਨਹੀਂ ਜਿਹੜਾ ਗੱਠਜੋੜ ਹਲੇ ਤੱਕ ਬਰਕਰਾਰ ਆ? ਮੈਨੂੰ ਇਹ ਦੱਸੋ ਵੀ ਤੁਸੀਂ ਚੰਡੀਗੜ੍ਹ ਲੰਘ ਕੇ ਪਹਿਲਾਂ ਐਡੀ ਕਾਹਲੀ ਦਿੱਲੀ ਕਿਉਂ ਪਹੁੰਚ ਜਾਂਦੇ ਹੋ? ਕਾਂਗਰਸ ਤੋਂ ਬੇਈਮਾਨ ਵੱਡਾ ਕੌਣ ਹੈ? ਜਿਨ੍ਹੇ ਕਿਸਾਨਾਂ ਦੇ ਖਿਲਾਫ ਸਾਰਾ ਕੁਝ ਪਾਸ ਕਰ ਦਿੱਤਾ, ਉਸ ਤੋਂ ਵੱਡਾ ਬੇਈਮਾਨ ਕੌਣ ਹੈ? ਜਿਹੜਾ 5600 ਕਰੋੜ ਰੁਪਏ ਦੀ ਜਾਲੀ ਸ਼ਰਾਬ ਵੇਚ ਕੇ ਜੇਬਾਂ 'ਚ ਪਾ ਗਿਆ
ਉਸ ਤੋਂ ਵੱਡਾ ਬੇਈਮਾਨ ਕੌਣ ਹੈ? ਤੁਹਾਡੇ ਰੋਪੜ ਦੇ ਵਿੱਚ CBI ਦੀ ਇਨਕੁਆਇਰੀ ਲੱਗੀ ਹੈ ਗੁੰਡਾ ਟੈਕਸ ਦੇ ਉੱਤੇ, ਔਰ ਉਹਦੇ ਖਿਲਾਫ ਸਰਕਾਰ ਗਈ ਹੈ ਵੀ ਇਹ ਇਨਕੁਆਇਰੀ ਰੋਕੋ, ਤੇ ਤੁਸੀਂ ਕਿੱਦਾਂ ਕਨਕਲੂਜਨ ਕੱਢ ਲਿਆ ਕਿ ਇਕੱਲਾ ਬੇਈਮਾਨ ਕੇਂਦਰ ਸਰਕਾਰ ਹੈ? ਬੜੇ ਵੱਡੇ ਬੇਈਮਾਨ ਪਹਿਲਾਂ ਘਰੋਂ ਜਿਹੜੀ ਸਫਾਈ ਕਰਕੇ ਤੁਰੀ ਦੀ ਆ, ਫਿਰ ਅੱਗੇ ਜਾਵਾਂਗੇ ਜਿੱਥੇ ਲੋੜ ਪਈ। ਉੱਥੇ ਜੋ ਸਾਡਾ ਸਟੈਂਡ ਬਣਦਾ ਸੀ, ਅਸੀਂ ਬੜਾ ਇਸ ਤੋਂ ਵੱਡੀ ਗੱਲ ਜਿਹੜੀ ਹੈ ਕੇਂਦਰ ਦੀ ਵਜ਼ਾਰਤ ਤੋਂ ਹੋਰ ਤਾਂ ਵੱਡੀ ਉੱਥੇ ਕੋਈ ਨਹੀਂ ਹੁੰਦਾ। ਜੇ ਸ਼੍ਰੋਮਣੀ ਅਕਾਲੀ ਦਲ ਨੇ ਉਹ ਛੱਡ ਦਿੱਤਾ ਤੇ ਉਸ ਤੋਂ ਬਾਅਦ ਜੋ ਸਮੇਂ ਦੇ ਮੁਤਾਬਕ ਜ਼ਿੰਮੇਵਾਰੀ ਸਾਡੀ ਬਣਦੀ ਹੈ ਸੰਘਰਸ਼ ਦੇ ਸੜਕਾਂ 'ਤੇ ਉਤਰਨਾ, ਇਹ ਪਾਰਟੀ ਦੀ ਸਭ ਤੋਂ ਵੱਡਾ ਕੰਮ ਹੁੰਦਾ। ਜਿਹੜਾ ਤੁਸੀਂ ਕਹਿੰਦੇ ਵੀ ਇਤਰਾਜ਼ ਕਰਦੇ ਆ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ, ਕਿਉਂਕਿ ਕਿਸਾਨ ਨਹੀਂ ਕੋ ਕਰਦਾ, ਮੈਨੂੰ ਪਤਾ। ਵਾਰ-ਵਾਰ ਮੈਂ ਰਿਪੀਟ ਕਰਦਾ ਕਿ ਕੋਈ ਕਿਸਾਨ ਨਹੀਂ ਕਰਦਾ। ਇਹ ਸਿਰਫ ਜਿਹੜੇ ਇਹਨਾਂ ਦੇ ਜਿਹੜੇ ਅੱਗੇ ਹੱਥ ਟੁੱਕੇ ਬਣੇ ਆ ਆਮ ਆਦਮੀ ਪਾਰਟੀ ਦੇ ਤੇ ਕਿਸਾਨਾਂ ਦੇ, ਉਹ ਕਾਂਗਰਸ ਦੇ, ਇਹੋ ਕਰਦੇ। ਤੁਹਾਡੇ ਅਕਾਲੀ ਆਗੂ ਕਹਿ ਰਹੇ ਜੀ ਧੋਖਾ ਕੀਤਾ ਕੇਂਦਰ ਨੇ ਅਕਾਲੀ ਦਲ ਦੇ ਨਾਲ, ਤੇ ਤੁਹਾਡੀ ਅਕਾਲੀ ਆਗੂ ਨੇ ਕਹਿਣਾ ਕਿ 1-2 ਦਿਨ ਦਾ 2-4 ਦਿਨ ਦੇ ਵਿੱਚ ਪੜਾਕਾ ਪੈਣ ਵਾਲਾ, ਕਿ ਅਸੀਂ ਗੱਠਜੋੜ ਟੁੱਟਣ ਵਾਲਾ ਹੀ ਆ। ਇਹ ਗੱਲ ਕੀ ਸਹੀ ਹੈ? ਜਦੋਂ ਗਰਮੀ 'ਚ ਭਾਸ਼ਣ ਹੁੰਦੇ ਆ ਨਾ, ਇੰਨੇ ਮੌਸਮ 'ਚ ਇੱਦਾਂ ਦੇ ਹੁੰਦੇ ਆ। ਇਹ ਭਾਸ਼ਣਾਂ 'ਚ ਨਹੀਂ ਸਾਰੀਆਂ ਨਤੀਜੇ ਕੱਢੀ ਜਾਈਦੇ ਹੁੰਦੇ, ਇਹ ਨਾਅਰੇ ਵੀ ਹੁੰਦੇ ਆ, ਜਕਾਰੇ ਵੀ ਹੁੰਦੇ ਆ। ਇਹ ਪਾਰਟੀਆਂ ਬੜੇ ਆਰਾਮ ਦੇ ਨਾਲ, ਸਹਿਜ ਨਾਲ ਆਪਣੀਆਂ ਨੀਤੀਆਂ ਬਣਾਉਂਦੀਆਂ। ਬੜੀ ਵਾਈਡਰ ਕੰਸਲਟੇਸ਼ਨ ਆ, ਲੱਖਾਂ ਲੋਕੀ ਪਾਰਟੀਆਂ ਨਾਲ ਜੁੜੇ ਆ, ਸਾਰਿਆਂ ਦਾ ਵਿਚਾਰ ਲੈ ਕੇ ਫਿਰ ਫੈਸਲੇ ਹੁੰਦੇ ਆ। ਇਹ ਭਾਸ਼ਣ ਇੱਦਾਂ ਹੀ ਹੁੰਦੇ ਆ ਹਮੇਸ਼ਾ, ਠੀਕ ਹੈ ਨਾ। ਇਹ ਉਹਨਾਂ ਨੇ ਕੋਈ ਮਾੜੀ ਗੱਲ ਨਹੀਂ ਕੀਤੀ। ਜਦੋਂ ਜਿਹੜੇ ਯੁੱਧ 'ਚ ਮੈਦਾਨ 'ਚ ਹੁੰਦਾ, ਮੈਦਾਨ ਦੇ ਬੋਲੇ ਹੋਰ ਹੁੰਦੇ ਆ, ਠੀਕ ਹੈ ਨਾ। ਮੀਟਿੰਗਾਂ ਦੇ ਦੂਜਾ ਭਾਸ਼ਾ ਹੋਰ ਹੁੰਦੀ ਹੈ। ਇਸ ਕਰਕੇ ਉਹਨੂੰ ਉਹ ਵਰਕਰ ਦੀਆਂ ਭਾਵਨਾਵਾਂ ਸਮਝੋ। ਕਿਤੇ ਇਸੇ ਕਰਕੇ ਤਾਂ ਨਹੀਂ ਕਿਸਾਨ ਕਹਿ ਰਹੇ ਕਿ ਸਿਆਸੀ ਪਾਰਟੀਆਂ ਦੋਗਲਾਪਨ ਕਰ ਰਹੀਆਂ? ਇੱਕ ਪਾਸੇ ਕਿਸਾਨਾਂ ਨੂੰ ਕਹਿੰਦੀ ਅਸੀਂ ਤੁਹਾਡੇ ਨਾਲ ਆ, ਤੇ ਦੂਜੇ ਪਾਸੇ ਪੱਖ ਪੂਰ ਰਹੀਆਂ ਜਿਹੜੀਆਂ ਕੇਂਦਰ ਸਰਕਾਰ ਦਾ। ਤੇ ਅੱਜ ਕਿਸਾਨਾਂ ਦਾ ਵਿਸ਼ਵਾਸ ਉੱਠ ਚੁੱਕਿਆ ਸਿਆਸੀ ਪਾਰਟੀਆਂ ਵੱਲੋਂ। ਤੁਸੀਂ ਦੇਖਿਆ ਕਿ ਧਰਨੇ ਦੇ ਵਿੱਚ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਕਹਿਤਾ ਸੀਗਾ ਕਿ ਸਾਡੇ ਧਰਨੇ ਦੇ ਵਿੱਚ ਜੇ ਲੀਡਰ ਬਣ ਕੇ ਆਣਾ ਤਾਂ ਨਹੀਂ ਆਣਾ, ਸਟੇਜ ਨਹੀਂ ਤੇ ਅਸੀਂ ਬੋਲਣ ਨਹੀਂ ਦੇਣਾ, ਅਗਰ ਆਣਾ ਤਾਂ ਤੁਸੀਂ ਕਿਸਾਨ ਬਣ ਕੇ ਵਿੱਚ ਬੈਠ ਸਕਦੇ ਹੋ। ਕੀ ਕਾਰਨ ਹੈ ਚੀਮਾ ਸਾਹਿਬ ਕਿ ਕਿਸਾਨਾਂ ਦਾ ਅੱਜ ਸਿਆਸੀ ਪਾਰਟੀਆਂ ਤੋਂ ਜਿਹੜਾ ਵਿਸ਼ਵਾਸ ਉੱਠ ਚੁੱਕਿਆ? ਪਹਿਲਾਂ ਮੈਨੂੰ ਇਹ ਦੱਸੋ ਵੀ ਕਿਹੜੇ ਕਿਹੜੇ ਕਿਸਾਨ ਯੂਨੀਅਨ ਨੇ ਕਿਹਾ ਕਿ ਸਾਡੇ 'ਚ ਕੋਈ ਲੀਡਰ ਨਾ ਆਵੇ? ਅਸੀਂ ਤਾਂ ਚਾਹੁੰਦੇ ਸਗੋਂ ਪਤਾ ਲੱਗੇ। ਸਰ 31 ਕਿਸਾਨ ਯੂਨੀਅਨਾਂ ਸੀਗੀਆਂ ਇਕੱਠੀਆਂ, ਸਾਰਿਆਂ ਉਹਨਾਂ ਨੇ ਫੈਸਲਾ ਕੀਤਾ ਗਿਆ। ਹੁਣ ਜਿੰਨੀਆਂ ਮਰਜ਼ੀ ਯੂਨੀਅਨਾਂ ਬਣਾਈ ਜਾਓ, 31 ਬਣਾ ਦੋਗੇ, 32 ਬਣਾ ਦੋਗੇ, ਹੁਣ ਅਸੀਂ ਤਾਂ ਇੱਕ ਪਾਰਟੀ ਹਾਂ, ਠੀਕ ਹੈ ਨਾ। ਜਿਹੜਾ ਵੀ ਕੋਈ ਕਿਸਾਨੀ ਦੇ ਕਾਜ ਵਾਸਤੇ ਲੜ ਰਿਹਾ, ਭਾਵੇਂ ਕੋਈ ਯੂਨੀਅਨ ਹੈ, ਭਾਵੇਂ ਕੋਈ ਹੋਰ ਜਥੇਬੰਦੀ ਹੈ, ਕੋਈ ਸਮਾਜਿਕ ਜਥੇਬੰਦੀ ਹੈ, ਕੋਈ ਹੋਰ ਉਹਨਾਂ ਦਾ ਸਾਥ ਦਿੰਦਾ, ਕੋਈ ਵੀ ਪ੍ਰੋਗਰਾਮ ਕਰਦਾ, ਜੇ ਉਹ ਇਮਾਨਦਾਰ ਹੈ ਕਿਸਾਨੀ ਦੇ ਕਾਜ ਵਾਸਤੇ, ਉਹਨੂੰ ਕਹਿਣਾ ਚਾਹੀਦਾ ਕਿ ਜਿਹੜਾ ਵੀ ਇੱਥੇ ਆਏਗਾ ਅਸੀਂ ਉਹਦੀ ਇੱਜ਼ਤ ਕਰਾਂਗੇ। ਇਹ ਜ਼ਰੂਰ ਕਰਨਾ ਚਾਹੀਦਾ ਵੀ ਕਿਸੇ ਇੱਕ ਪਾਰਟੀ ਨੂੰ ਟਾਈਮ ਨਹੀਂ ਦਿਆਂਗੇ, ਪਰ ਜੇ ਕੋਈ ਮਦਦ ਕਰਨ ਆਵੇ ਤਾਂ ਮਦਦ ਸਵੀਕਾਰ ਕਰਨੀ ਚਾਹੀਦੀ ਹੈ। ਬਾਕੀ ਕੋਈ ਨਹੀਂ ਕਰਨੀ ਚਾਹੁੰਦਾ ਤਾਂ ਉਹਨਾਂ ਦਾ ਆਪਣਾ ਵਿਊ ਪੁਆਇੰਟ ਹੋ ਸਕਦਾ। ਡੈਮੋਕ੍ਰੇਟਿਕ ਕੰਟਰੀ ਹੈ, ਲੋਕਤੰਤਰ 'ਚ ਹਰ ਇੱਕ ਨੂੰ ਆਜ਼ਾਦੀ ਹੈ। ਕੋਈ ਆਪਣੇ ਇਕੱਠ ਦੇ ਵਿੱਚ ਕਿਸੇ ਨੂੰ ਬੁਲਾਵੇ ਨਾ ਬੁਲਾਵੇ, ਆਉਣ ਦੇਵੇ ਨਾ ਆਉਣ ਦੇਵੇ, ਪਰ ਜੇ ਕਿਸਾਨੀ ਦੇ ਵਾਸਤੇ ਨਰੋਲ ਕੋਈ ਗੱਲ ਕਰਨੀ ਚਾਹਵੇ ਤਾਂ ਮੈਂ ਸਮਝਦਾ ਕਿ ਉਹਨੂੰ ਇਹ ਕਹਿਣਾ ਚਾਹੀਦਾ ਕਿ ਸਾਰੇ ਜੀ ਸਦਕੇ ਆਓ, ਪਰ ਇੱਥੇ ਰਾਜਨੀਤੀ ਨਾ ਕਰੋ, ਇੱਥੇ ਕਿਸਾਨੀ ਦੀ ਗੱਲ ਕਰੋ। ਇਹ ਗੱਲ ਜ਼ਿਆਦਾ ਵਾਜਬ ਹੋਏਗੀ। ਸੋ ਇਸ ਗੱਲ ਦੀ ਕਿ ਬੰਦਾ ਕੋਈ ਤੁਹਾਡੀ ਮਦਦ ਕਰਨੀ ਚਾਹੁੰਦਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿੰਨੇ ਜਿਹੜੇ ਹੈਗੇ ਆ ਪਾਰਟੀਆਂ 'ਚ ਬੰਦੇ ਆ, ਉਹਨਾਂ 'ਚ ਕਿਸੇ 'ਚ ਕਿਸਾਨੀ ਵਾਸਤੇ ਦਰਦ ਨਹੀਂ? ਹੁਣ ਅਸੀਂ ਆਪ ਸਾਰੇ ਕਿਸਾਨ ਪਰਿਵਾਰਾਂ 'ਚੋਂ ਅਤੇ ਅਸੀਂ ਕਿਸਾਨ ਨਹੀਂ ਹਾਂ। ਇਹ ਕੋਈ ਲਾਇਸੈਂਸ ਨਹੀਂ ਲੈ ਸਕਦਾ ਕਿ ਮੈਂ ਹੀ ਇੱਥੇ ਕਿਹੜੀਆਂ ਕੋਈ ਇਲੈਕਸ਼ਨਾਂ ਹੁੰਦੀਆਂ? ਕੋਈ ਇਲੈਕਸ਼ਨ ਤਾਂ ਨਹੀਂ ਹੁੰਦੀ ਨਾ। ਆਪਣੇ ਮੈਂ ਆਪਣੀ ਕੋਈ ਰਜਿਸਟਰ ਕਰਾ ਲਵਾਂ, ਕੋਈ ਤੁਸੀਂ ਰਜਿਸਟਰ ਕਰਾ ਲਓ, ਕੋਈ ਤੀਸਰਾ ਬੰਦਾ ਰਜਿਸਟਰ ਕਰਾ ਲਵੇ, ਐਸੋਸੀਏਸ਼ਨ ਹੈ। ਬਿਲਕੁਲ ਠੀਕ ਨਾ। ਚੀਮਾ ਸਾਹਿਬ ਇੱਕ ਹੋਰ ਸਵਾਲ ਹੈ, ਸੋਸ਼ਲ ਮੀਡੀਆ ਤੇ ਵੀ ਬਹੁਤ ਪ੍ਰਚਾਰ ਕੀਤਾ ਜਾ ਰਿਹਾ, ਕਲਿੱਪ ਵੀਡੀਓ ਲਗਾ ਕੇ 3 ਮਹੀਨੇ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਲਗਾਇਆ ਗਿਆ, ਬਾਦਲ ਸਾਹਿਬ ਦਾ ਲਗਾਇਆ ਗਿਆ। ਤੁਸੀਂ ਵੀ ਇੱਕ ਚਿੱਠੀ ਲੈ ਕੇ ਆਏ ਸੀ ਕੇਂਦਰੀ ਮੰਤਰੀ ਤੋਂ ਕਿ ਆ ਕਿਸਾਨਾਂ ਦੇ ਹੱਕ 'ਚ ਉਹਨਾਂ ਨੇ ਭਰੋਸਾ ਦਿੱਤਾ, ਤੇ ਹੁਣ ਵਿਰੋਧੀ ਪਾਰਟੀਆਂ ਵੀ ਕਿਸਾਨ ਵੀ ਸਵਾਲ ਚੁੱਕ ਰਹੇ ਨੇ ਵੀ 3 ਮਹੀਨੇ ਪਹਿਲਾਂ ਅਕਾਲੀ ਦਲ ਵਾਲੇ ਕਹਿੰਦੇ ਸੀਗੇ ਕਿ ਜਿਹੜਾ ਖੇਤੀ ਬਿੱਲ ਆ ਬਹੁਤ ਵਧੀਆ ਕਿਸਾਨਾਂ ਦਾ, ਇਹਨਾਂ ਦੇ ਫਾਇਦੇ ਦੇ ਵਿੱਚ ਆ, ਤੇ ਅੱਜ ਖੁਦ ਵਿਰੋਧ ਕਰ ਰਿਹਾ। ਇਹ ਦੋਗਲਾਪਨ ਕਿਉਂ ਕਰ ਰਹੇ ਆ? ਇਹ ਦੋਗਲਾਪਨ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਹਰ ਫੋਰਮ ਦੇ ਉੱਤੇ ਅਸੀਂ ਸਾਰੀਆਂ ਐਸੋਸੀਏਸ਼ਨ ਬੁਲਾ ਕੇ ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਹੈ, ਕਿਉਂਕਿ ਅਸੀਂ ਪਾਰਟ ਆਫ ਦੀ ਗਵਰਨਮੈਂਟ ਸੀਗੇ। ਜਦੋਂ ਤੁਸੀਂ ਕਿਸੇ ਗਵਰਨਮੈਂਟ ਦੇ ਪਾਰਟ ਹੋ ਤਾਂ ਤੁਹਾਡੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ, ਉਹਨਾਂ ਦਾ ਲੋਕਾਂ ਦਾ ਪੱਖ ਗਵਰਨਮੈਂਟ ਨੂੰ ਦੱਸੋ, ਗਵਰਨਮੈਂਟ ਦਾ ਪੱਖ ਲੈ ਕੇ ਲੋਕਾਂ ਨੂੰ ਦੱਸੋ। ਇਹ ਕੰਸਲਟੇਸ਼ਨ ਪ੍ਰੋਸੈਸ ਸੀਗੀ, ਜਿਹਦੇ ਵਿੱਚੋਂ ਹੀ ਅਸੀਂ ਵੀ ਆ ਫੈਸਲਾ ਕੱਢਿਆ ਕਿ ਕਿਸਾਨ ਸੰਤੁਸ਼ਟ ਨਹੀਂ ਹੈ। ਅਸੀਂ ਤਾਂ ਜਿੰਨੀਆਂ ਐਸੋਸੀਏਸ਼ਨ ਆ ਸਕੀਆਂ ਸਾਡੇ ਦਫ਼ਤਰ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ। ਕਲਾਜ਼ ਉਹਨਾਂ ਦੇ ਨਾਲ ਐਕਟ ਡਿਸਕਸ ਕੀਤਾ ਸੀ, ਉਹਨਾਂ ਨਾਲ ਆਪਣਾ ਵਿਊ ਪੁਆਇੰਟ ਅਸੀਂ ਉੱਤੇ ਦਿੱਤਾ ਸੀ, ਉਹਨਾਂ ਦਾ ਵਿਊ ਪੁਆਇੰਟ ਉਹਨਾਂ ਤੋਂ ਸੁਣਿਆ ਸੀ। ਆਪਣੇ ਮੈਂ ਵਰਕਰਾਂ ਦੇ ਨਾਲ ਇੱਥੇ 2 ਘੰਟੇ ਮੀਟਿੰਗ ਜਿਹੜੀ ਹੈ ਜ਼ਿੰਮੇਵਾਰ ਬੰਦੇ ਦੇ ਨਾਲ ਸਾਰਿਆਂ ਦੇ ਨਾਲ ਕੀਤੀ ਕਿ ਆਹ 3 ਐਕਟ
ਆਪਾਂ ਦੱਸੋਗੇ ਇਹਦੇ 'ਤੇ ਸਾਡੀ ਪਾਰਟੀ ਪੁੱਛ ਰਹੀ ਹੈ, ਅਸੀਂ ਆਪਣਾ ਵਿਊ ਪੁਆਇੰਟ ਪ੍ਰਧਾਨ ਸਾਹਿਬ ਨੂੰ ਦੱਸਿਆ। ਇਹੀ ਕੰਸਲਟੇਸ਼ਨ ਪ੍ਰੋਸੈਸ ਹੁੰਦੀ ਹੈ। ਹੁਣ ਇਹਨੂੰ ਕੋਈ ਇਹ 'ਚ ਕੋਈ ਨਹੀਂ ਹੋਗਾ, ਦੋ ਪਾਰਟੀਆਂ ਦਾ ਨਾਂ ਲਿਆ ਕਰੋ ਸਿੱਧਾ, ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ, A ਤੇ B, ਕੋਈ ਦੂਜਾ ਨਹੀਂ ਹੁੰਦਾ। ਸਾਨੂੰ ਪਤਾ, ਤੁਸੀਂ ਕੁਐਸਚਨ ਕਰ, ਤੁਹਾਡੇ ਐਜ਼ ਏ ਜਰਨਲਿਸਟ ਤੁਸੀਂ ਨਾਮ ਨਾ ਲਓ, ਮੈਂ ਕਹਿ ਦੇਣਾ ਵੀ ਇਹ ਦੋ ਜਿਹੜੇ ਹੈਗੇ ਆ ਠੱਗੀ ਮਾਰਨ ਤੇ ਤੁਰੇ ਹੋਏ ਆ। ਹੁਣ ਇਹਨਾਂ ਨੂੰ ਇਸ ਵੇਲੇ ਲੱਗਦਾ ਕਿ ਯਾਰ ਕਿ ਕਿਸਾਨ ਦਾ ਉੱਤੇ ਮੁੱਲ ਵੱਟਦੀ, ਪਰ ਕਿਸਾਨ ਐਡਾ ਜਿਹੜਾ ਚੰਗੀ ਤਰ੍ਹਾਂ ਸਮਝਦਾ ਸਾਰੀ ਰਾਜਨੀਤੀ ਨੂੰ। ਇਸ ਕਰਕੇ ਇਹਨਾਂ ਦੀ ਰਾਜਨੀਤੀ 'ਚੋਂ ਕਿਸਾਨ ਹੁਣ ਜਿਹੜਾ ਇਹਨਾਂ ਨੂੰ ਜਿੱਦਾਂ ਦੀ ਘਟੀਆ ਰਾਜਨੀਤੀ ਕਰ ਰਹੇ, ਵੈਸੇ ਹੀ ਕੋਈ ਕਿਸਾਨੀ ਦੇ ਹਿੱਤ 'ਚ ਨਹੀਂ ਹੈ। ਚੀਮਾ ਸਾਹਿਬ ਮੰਨਦੇ ਹੋ ਜਿਹੜੇ ਇਹ ਬਿੱਲ ਪੇਸ਼ ਕੀਤੇ ਆ, ਕਿਸਾਨ ਵਿਰੋਧੀ ਆ, ਕਿਸਾਨਾਂ ਨੂੰ ਜਿਹੜਾ ਹੈਗਾ ਅੱਗੇ ਇਹਨਾਂ ਦਾ ਨੁਕਸਾਨ ਹੋਣ ਵਾਲਾ ਹੈ? ਦੋ ਚੀਜ਼ਾਂ ਹੁੰਦੀਆਂ, ਇਹ ਬਿੱਲ ਲਾਗੂ ਹੋਣੇ ਆ ਕਿਸਾਨ ਦੇ ਉੱਤੇ, ਇਹ ਬਿੱਲ ਲਾਗੂ ਹੋਣੇ ਆ ਆੜ੍ਹਤੀ ਦੇ ਉੱਤੇ। ਇਹਨਾਂ ਬਿੱਲਾਂ ਦਾ ਅਸਰ ਪੈਣਾ ਖੇਤ ਮਜ਼ਦੂਰ ਦੇ ਉੱਤੇ। ਸਾਡੀ ਪਾਰਟੀ ਦਾ ਵਿਊ ਪੁਆਇੰਟ ਇਹ ਹੈ ਕਿ ਜੇ ਇਹ ਬਿੱਲ ਭਾਵੇਂ ਉਹਦੇ ਹੱਕ 'ਚ ਹੋਣ ਭਾਵੇਂ ਉਹਦੇ ਖਿਲਾਫ ਹੋਣ, ਜੇ ਜਿਹਦੇ 'ਤੇ ਲਾਗੂ ਹੋਣੇ ਆ ਉਹ ਸੈਟੀਸਫਾਈਡ ਨਹੀਂ ਹੈ ਤੇ ਸਾਨੂੰ ਇਹਦੇ 'ਤੇ ਹੋਰ ਵਿਚਾਰ ਕਰਨੀ ਚਾਹੀਦੀ। ਜਿੰਨੀ ਦੇਰ ਤੱਕ ਉਹ ਸੰਤੁਸ਼ਟ ਨਹੀਂ ਹੁੰਦਾ, ਡੈਮੋਕ੍ਰੇਸੀ ਦੀ ਇਹੀ ਪਰੰਪਰਾਵਾਂ ਨੇ, ਚੰਗੀਆਂ ਪਰੰਪਰਾਵਾਂ ਇਹੀ ਹੁੰਦੀਆਂ ਕਿ ਭਾਵੇਂ ਸਾਲ ਬਿੱਲ ਡਿਸਕਸ ਹੋਣ, ਇਹ ਹੁਣ ਜਿਹੜੀਆਂ ਕਲਾਜ਼ਸ ਲੋਕਾਂ ਨੂੰ ਨਹੀਂ ਠੀਕ ਲੱਗਦੀਆਂ ਉੱਤੇ ਸੁਜੈਸ਼ਨ ਲਏ ਜਾਣ, ਕਿਸਾਨਾਂ ਦੇ ਲਏ ਜਾਣ, ਜਿਹੜੇ ਕਿਸਾਨੀ ਦੇ ਮਾਹਿਰ ਨੇ ਉਹਨਾਂ ਦੇ ਲਏ ਜਾਣ, ਹੋਰ ਲੋਕਾਂ ਦੇ ਲਏ ਜਾਣ। ਵੱਡੀ ਕੰਸਲਟੇਸ਼ਨ ਪ੍ਰੋਸੈਸ ਚੱਲਣੀ ਚਾਹੀਦੀ ਹੁੰਦੀ ਹੈ। ਪਹਿਲਾਂ ਪੁਰਾਣੇ ਵੇਲਿਆਂ 'ਚ ਇੱਦਾਂ ਹੁੰਦਾ ਰਿਹਾ, ਬੜਾ 2-2 ਸਾਲ 3-3 ਸਾਲ 4-4 ਸਾਲ ਡਿਬੇਟ ਚੱਲਦੀ ਸੀ, ਫਿਰ ਜਿਹੜਾ ਲੋਕਾਂ ਦਾ ਵਿਊ ਬਣਦਾ ਸੀ ਉਹਦੇ 'ਤੇ ਸਰਕਾਰਾਂ ਅਲਟੀਮੇਟਲੀ ਫਾਈਨਲ ਜਿਹੜਾ ਡਰਾਫਟ ਨੂੰ ਫਾਈਨਲ ਕਰਦੀਆਂ ਸੀ। ਇਸ ਕਰਕੇ ਡਰਾਫਟ ਬਣਦਾ, ਡਰਾਫਟ ਦੇ ਵਿੱਚ ਗਲਤੀਆਂ ਹੋ ਸਕਦੀਆਂ, ਡਰਾਫਟ ਦੇ ਵਿੱਚ ਚੰਗੀਆਂ ਗੱਲਾਂ ਹੋ ਸਕਦੀਆਂ, ਉਹਨੂੰ ਇੱਕ ਦਾ ਐਂਗਲ ਕੋਈ ਹੋ ਸਕਦਾ, ਦੂਜੇ ਦਾ ਕੋਈ ਹੈ। ਇਹ ਜਿਹੜੀ ਹੁਕਮਰਾਨ ਧਿਰ ਹੈ ਉਹਦੀ ਡਿਊਟੀ ਬਣਦੀ ਹੁੰਦੀ ਕਿ ਉਹਨਾਂ ਨੂੰ ਸੈਟੀਸਫਾਈ ਕਰੇ ਵੀ ਅਸੀਂ ਲਿਖਿਆ ਤਾਂ ਇਸ ਕਰਕੇ ਲਿਖਿਆ, ਉਹਨਾਂ ਦਾ ਪੱਖ ਸੁਣੇ ਕਿ ਉਹ ਕਿਉਂ ਇਤਰਾਜ਼ ਕਰਦੇ ਆ, ਅਤੇ ਕਈ ਵਾਰੀ ਲੈਂਗੁਏਜ ਚੇਂਜ ਕਰਕੇ ਅਤੇ ਤਸੱਲੀ ਹੁੰਦੀ ਦੋਨੋਂ। ਅਸੀਂ ਵੀ ਬਤੌਰ ਵਜ਼ੀਰ ਬਣਾਉਂਦੇ ਰਹੇ ਹਾਂ, ਬੜੀਆਂ ਵੱਡੀਆਂ ਲੰਮੀਆਂ ਮੀਟਿੰਗਾਂ ਕਰਦੇ ਰਹੇ। ਕਈ ਚੀਜ਼ਾਂ ਉਹਨਾਂ ਨੂੰ ਹੁੰਦਾ ਸੀ ਵੀ ਨਹੀਂ ਜੀ ਆਹ ਚੀਜ਼ ਅੱਜ ਇੱਦਾਂ, ਇਹਦਾ ਮਤਲਬ ਇੱਦਾਂ ਕੱਢਿਆ ਜਾ ਸਕਦਾ, ਅਸੀਂ ਮੰਨਦੇ ਸੀ ਵੀ ਉਹਦੀ ਗੱਲ ਠੀਕ ਹੈ, ਉਹਦੀ ਭਾਸ਼ਾ ਚੇਂਜ ਕਰ ਲੈਂਦੇ ਸੀ, ਅਗਲਾ ਮੰਨ ਜਾਂਦਾ ਸੀ ਵੀ ਹਾਂ ਠੀਕ ਹੈ ਵੀ ਇਹਦੇ ਨਾਲ ਸਾਡੀ ਸੇਫਟੀ ਹੈ, ਅਤੇ ਅਸੀਂ ਉੱਦਾਂ ਕਰਦੇ ਰਹੇ। ਇੱਕ ਕੰਟੀਨਿਊਸ ਪ੍ਰੋਸੈਸ ਹੈ, ਹੋਣੀ ਚਾਹੀਦੀ ਹੈ। ਡੈਮੋਕ੍ਰੇਸੀ ਦੇ ਵਿੱਚ ਡਿਬੇਟ ਘਟੀ ਜਾ ਰਹੀ ਹੈ, ਡਿਸਕਸ਼ਨ ਘਟੀ ਜਾ ਰਹੀ ਹੈ, ਇਹਦੇ ਨਾਲ ਅਲਟੀਮੇਟਲੀ ਨੁਕਸਾਨ ਹੁੰਦਾ। ਇਹ ਲੈਵਲ ਵਿਧਾਨ ਸਭਾ ਵੀ ਦੇਖੋ ਬਹੁਤ ਛੋਟੀਆਂ ਹੋਣ ਲੱਗ ਗਈਆਂ, ਪਾਰਲੀਮੈਂਟ ਦੇ ਸੈਸ਼ਨ ਵੀ ਬਹੁਤ ਛੋਟੇ ਹੋਣ ਲੱਗੇ। ਧੱਕੇ ਨਾਲ ਬਿੱਲ ਪਾਸ ਤਾਂ ਕਰਾ ਦਿਓਗੇ ਮੈਜੋਰਟੀ ਨਾਲ, ਪਰ ਉਹ ਜਨਤਾ ਦੇ ਵਿੱਚ ਉਹਨਾਂ ਦੀ ਐਕਸੈਪਟੇਬਿਲਿਟੀ ਨਹੀਂ ਬਣਦੀ। ਜੇ ਉਹੀ ਗੱਲ ਹੈ ਤੁਸੀਂ ਖੁੱਲ੍ਹ ਕੇ ਸਾਰਿਆਂ ਨੂੰ ਬੋਲਣ ਦਿਓ ਅਤੇ ਖੁੱਲ੍ਹੇ ਮਨ ਨਾਲ ਇਹ ਦੇਖੋ ਕਿ ਨਹੀਂ, ਜੇ ਕਿਸੇ ਵਿਰੋਧੀ ਧਿਰ ਨੇ ਵੀ ਚੰਗੀ ਗੱਲ ਕਹੀ ਹੈ ਤਾਂ ਬਿੱਲ 'ਚ ਇਨਕਾਰਪੋਰੇਟ ਕਰ ਲਈ ਜਾਵੇ ਤਾਂ ਉਹਦੀ ਐਕਸੈਪਟੇਬਿਲਿਟੀ ਕਈ ਗੁਣਾ ਵੱਧ ਹੋਏਗੀ। ਇਸ ਕਰਕੇ ਇਸ ਤਰੀਕੇ ਚੱਲਣਾ ਚਾਹੀਦਾ। ਚੀਮਾ ਸਾਹਿਬ, ਬੀਜੇਪੀ ਤੁਹਾਡੀ ਭਾਈਵਾਲ ਪਾਰਟੀ ਹੈਗੀ ਆ, ਤੁਹਾਡੇ ਵਿਰੋਧ ਦੇ ਬਾਵਜੂਦ ਜਿਹੜੇ ਹੈਗੇ ਆ ਬਿੱਲ ਪਾਸ ਕਰ ਦਿੱਤੇ ਗਏ ਆ, ਲੋਕ ਸਭਾ 'ਚ ਵੀ ਰਾਜ ਸਭਾ 'ਚ ਵੀ। ਹੁਣ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਆ। ਅਗਰ ਬੀਜੇਪੀ ਆਪਣੇ ਸਟੈਂਡ 'ਤੇ ਰਹਿੰਦੀ ਆ, ਬਿੱਲ ਪਾਸ ਕਰ ਜਾਂਦੀ ਆ, ਨਹੀਂ ਅਕਾਲੀ ਦਲ ਦੇ ਜਿਹੜੇ ਹੈਗੇ ਆ ਜੋ ਇਤਰਾਜ਼ ਆ ਉਹ ਦੂਰ ਨਹੀਂ ਕਰਦੀ, ਤਾਂ ਭਵਿੱਖ ਦੇ ਵਿੱਚ ਕੀ ਸਟੈਂਡ ਰਹੇਗਾ ਅਕਾਲੀ ਦਲ ਦਾ? ਕਿਸਾਨਾਂ ਦੇ ਨਾਲ ਖੜੇਗੀ ਜਾਂ ਬੀਜੇਪੀ ਦੇ ਨਾਲ? ਦੇਖੋ ਬਿੱਲ ਤਾਂ ਪਾਸ ਹੋ ਗਏ, ਪਾਰਲੀਮੈਂਟ 'ਚ ਵੀ ਹੋ ਗਿਆ, ਰਾਜ ਸਭਾ 'ਚ ਵੀ ਹੋ ਗਿਆ, ਔਰ ਕਾਂਗਰਸ ਦੀ ਔਰ ਆਮ ਆਦਮੀ ਪਾਰਟੀ ਦੀ ਬੇਈਮਾਨੀ ਨਾਲ ਹੋਏ, ਠੀਕ ਹੈ ਨਾ। ਸ਼ਿਵ ਸੈਨਾ ਨੂੰ ਇਹਨਾਂ ਨੇ ਉੱਧਰ ਵੋਟਾਂ ਪਾਈਆਂ, ਉਹਦੇ ਕਰਕੇ ਹੋਏ। ਰਾਸ਼ਟਰਪਤੀ ਜੀ ਕੋਲ ਜਾ ਕੇ ਅਸੀਂ ਬੇਨਤੀ ਕਰ ਰਹੇ, ਸਾਡੇ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਟਾਈਮ ਲੈ ਕੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਕੇ ਸਾਰਾ ਬਰੀਫ ਕਰਕੇ ਆਏ ਆ ਕਿ ਜਿਸ ਤਰੀਕੇ ਰਾਜ ਸਭਾ 'ਚ ਪਾਸ ਹੋਇਆ ਇਹ ਵੀ ਗਲਤ ਹੈ, ਅਤੇ ਇਹਨੂੰ ਜਿਹੜਾ ਕੰਸਲਟੇਸ਼ਨ ਜਿਹੜੀ ਹੈ ਹਾਲੇ ਸਿਲੈਕਟ ਕਮੇਟੀ ਨੂੰ ਭੇਜਿਆ ਜਾਣਾ ਚਾਹੀਦਾ। ਅਸੀਂ ਆਪਣੀ ਬੇਨਤੀ ਉੱਥੇ ਕਰ ਰਹੇ। ਹੁਣ ਕੀ ਡਿਸੀਜਨ ਲੈਂਦੇ ਆ ਇਹ ਰਾਸ਼ਟਰਪਤੀ ਦਾ ਕੰਮ ਹੈ, ਪਰ ਸਾਡਾ ਕੰਮ ਹੈ ਅਗਲਾ ਸੰਘਰਸ਼ ਦਾ, ਉਹ ਅਸੀਂ ਅੱਜ ਰਸਤਾ ਚੁਣ ਲਿਆ। ਡੈਮੋਕ੍ਰੇਸੀ 'ਚ ਪੀਸਫੁਲ ਸੰਘਰਸ਼ ਹੀ ਹੈ। ਹੁਣ ਇੱਥੋਂ ਲੋਕਾਂ ਦੀ ਆਵਾਜ਼ ਬਿਲਡ ਹੋਣੀ ਸ਼ੁਰੂ ਹੋਏਗੀ। ਪੰਜਾਬ ਤੋਂ ਗੱਲ ਚੱਲੀ ਹੈ, ਉਧਰ ਵੱਡਾ ਇਸ ਤੋਂ ਵੀ ਕਰਾਂਗੇ ਜਿਹੜਾ 1 ਤਰੀਕ ਦਾ ਕਰਨਾ, ਇੱਥੋਂ ਆਵਾਜ਼ ਦੂਜੇ ਸੂਬਿਆਂ ਦੇ ਵਿੱਚ ਜਾਏਗੀ, ਉੱਥੋਂ ਕਿਸਾਨੀ ਦੀ ਮੂਵਮੈਂਟ ਹੋਰ ਤਗੜੀ ਹੋਏਗੀ। ਅਗਲੇ ਸੈਸ਼ਨ ਤੱਕ ਫਿਰ ਦਬਾਅ ਬਣਾਵਾਂਗੇ ਵੀ ਇੱਥੇ ਤਬਦੀਲੀਆਂ ਹੋਣ। ਇਹੀ ਇੱਕ ਰਸਤਾ ਹੁੰਦਾ ਡੈਮੋਕ੍ਰੇਸੀ 'ਚ, ਉਹ ਰਸਤਾ ਅਸੀਂ ਤਿਆਰ ਕਰਨਾ ਜੀ। ਕਿਸਾਨਾਂ ਦੀ ਮੰਗ ਆ ਕਿ ਲਕੀਰ ਖਿੱਚ ਕੇ ਆਣ, ਜਾਂ ਤਾਂ ਬੀਜੇਪੀ ਦੇ ਨਾਲ ਖੜਨ ਜਾਂ ਕਿਸਾਨਾਂ ਦੇ ਨਾਲ ਖੜਨ, ਸਟੈਂਡ ਸਪਸ਼ਟ ਕਰਨ ਵੀ ਦੋਗਲਾਪਨ ਨਹੀਂ ਚਾਹੀਦਾ। ਕਿਸਾਨ ਕਹਿੰਦੇ ਸਾਨੂੰ ਵੀ ਨਾਲ ਬੀਜੇਪੀ ਦੇ ਨਾਲ ਗੱਠਜੋੜ ਵੀ ਰੱਖੋ ਅਤੇ ਨਾਲ ਵਿਰੋਧ ਵੀ ਕਰੋ। ਇਸ ਗੱਲ 'ਤੇ ਸਪਸ਼ਟੀਕਰਨ ਚਾਹੁੰਦੇ ਆ ਕਿਸਾਨ। ਨਹੀਂ ਗੱਲ ਹੈ ਨਾ, ਤੁਸੀਂ ਸਾਡਾ ਤਾਂ ਸਪਸ਼ਟ ਹੀ ਹੈ, ਵੋਟ ਖਿਲਾਫ ਪਾਈ, ਭਗਵੰਤ ਮਾਨ ਬਾਹਰ ਭੱਜਿਆ, ਅਸੀਂ ਤਾਂ ਨਹੀਂ ਭੱਜੇ। ਇਹ ਦੱਸੋ ਨਾ, ਤੁਹਾਨੂੰ ਤਾਂ ਹੀ ਤਾਂ ਬੇਨਤੀ ਕਰਦੇ ਹਾਂ ਵੀ ਕਾਂਗਰਸ ਦੇ ਲੀਡਰ ਭੱਜੇ ਆ। ਦੋਗਲਾਪਨ ਤਾਂ ਉਹ ਹੈ ਵੀ ਜਿਨ੍ਹਾਂ ਦੇ ਆਪਣੇ ਮੈਨੀਫੈਸਟੋਆਂ ਵਿੱਚ ਸੀ ਅਤੇ ਉਹਨਾਂ ਨੂੰ ਖੁਸ਼ੀ ਸੀ ਵੀ ਜੋ ਅਸੀਂ ਕਿਹਾ ਸੀ ਉਹ ਹੋ ਚਲਿਆ, ਉਹ ਬਾਹਰ ਭੱਜੇ। ਅਸੀਂ ਤਾਂ ਵੋਟ ਵੀ ਖਿਲਾਫ ਪਾਈ ਅਤੇ ਸਰਕਾਰ ਤੋਂ ਅਸਤੀਫਾ ਵੀ ਦਿੱਤਾ। ਅਤੇ ਜੇ ਇਹਨੂੰ ਵੀ ਹਾਲੇ ਕੋਈ ਇਹ ਕਹਿ ਕੇ ਵੀ ਇਹ ਦੋਗਲੀ ਨੀਤੀ ਖੁਸ਼ ਹੈ ਤਾਂ ਖੁਸ਼ ਰਹਿਣ ਦਿਓ।
ਉਹਨੂੰ ਅਸੀਂ ਜਿਹੜੇ ਅੰਦਰਾਜ ਕਰਕੇ ਵੀ ਕੀ ਲੈਣਾ। ਚੀਮਾ ਸਾਹਿਬ, ਜਿਹੜੇ ਪੁਆਇੰਟਾਂ ਤੇ ਅਕਾਲੀ ਦਲ ਜਿਹੜਾ ਇਤਰਾਜ਼ ਕਰ ਰਿਹਾ ਵੀ ਇਹ ਪੁਆਇੰਟ ਕਿਸਾਨਾਂ ਦੇ ਹੱਕ 'ਚ ਨਹੀਂ ਹੈ, ਚੇਂਜ ਹੋਣੇ ਚਾਹੀਦੇ, ਅਗਰ ਬੀਜੇਪੀ ਨਹੀਂ ਚੇਂਜ ਕਰਦੀ ਤਾਂ ਭਵਿੱਖ ਦੇ ਵਿੱਚ ਕੀ ਜਿਹੜਾ ਗੱਠਜੋੜ ਜਾਰੀ ਰਹੇਗਾ? ਕੀ ਨਹੀਂ, ਉਹ ਹੁਣ ਪਾਰਟੀ ਦੀ ਮੀਟਿੰਗ ਹੋਣਗੀਆਂ। ਹਾਲੇ ਤਾਂ ਕਿਉਂਕਿ ਐਜੀਟੇਸ਼ਨ ਦਾ ਟਾਈਮ ਹੈ, ਇਮੀਡੀਏਟਲੀ ਕੰਮ ਚੱਲ ਪਿਆ। ਇਸ ਤੋਂ ਬਾਅਦ ਆਰਾਮ ਨਾਲ ਸਾਰੇ ਲੈਵਲ ਦੇ ਉੱਤੇ ਪਾਰਟੀ ਦੀ ਰਾਏ ਲਵਾਂਗੇ। ਜ਼ਿਲ੍ਹੇ ਜਥੇਦਾਰ ਵੀ ਦੇਣਗੇ, ਸਰਕਲ ਵਾਲੇ ਵੀ ਰਾਏ ਦੇਣਗੇ, ਵਰਕਿੰਗ ਕਮੇਟੀ ਵੀ ਮੀਟਿੰਗ ਹੋਊਗੀ, ਕੋਰ ਕਮੇਟੀ ਦੀ ਹੋਊਗੀ। ਜੋ ਫਾਈਨਲ ਲੱਗਿਆ ਕਿ ਆ ਸਾਡੇ ਕਿਸਾਨ ਦੇ ਹਿੱਤ ਹੈ, ਪੰਜਾਬ ਦੇ ਹਿੱਤ 'ਚ, ਉਹਦੇ 'ਤੇ ਅਸੀਂ ਪਹਿਰਾ ਦਿਆਂਗੇ। ਇਹ ਤਾਂ ਇੱਕ ਬੰਦੇ ਨੇ ਕੋਈ ਮੈਂ ਨਹੀਂ ਫੈਸਲਾ ਕਰ ਦੇਣਾ, ਨਾ ਇਕੱਲੇ ਪ੍ਰਧਾਨ ਸਾਹਿਬ ਨੇ ਕਰ ਦੇਣਾ। ਇਹ ਤਾਂ ਸਾਰੀ ਜੋ ਪਾਰਟੀ ਦਾ ਸਿਸਟਮ ਹੈ ਉਹਦੇ 'ਚ ਡਿਬੇਟ ਹੋਏਗੀ ਕੀ ਠੀਕ ਹੈ ਕੀ ਗਲਤ ਹੈ। ਸਾਰਾ ਕੁਝ ਲੜ ਕੇ ਜਦੋਂ ਜੋ ਫਾਈਨਲ ਵਿਚਾਰ ਆਏਗਾ ਉਹ ਲਾਗੂ ਹੋਏਗਾ। ਚੀਮਾ ਸਾਹਿਬ, ਤੁਸੀਂ ਰਾਜਨੀਤੀ ਦੇ ਵਿੱਚ ਕਾਫੀ ਸਿਆਸੀ ਮਾਹਰ ਹੋ, ਕੀ ਲੱਗਦਾ ਕਿ ਜਿਹੜਾ ਬਿੱਲ ਇਹ ਪਾਸ ਕਰ ਲਿਆ ਬੀਜੇਪੀ ਨੇ ਆਪਣੀ ਬਹੁਮਤ ਦੇ ਨਾਲ, ਤੇ ਹੁਣ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ, ਅਗਰ ਉੱਥੇ ਵੀ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੋਈ ਕਾਨੂੰਨੀ ਅਜਿਹਾ ਰਸਤਾ ਹੈ ਕਿ ਜਿਹੜਾ ਬਿੱਲ ਨੂੰ ਇਹਨੂੰ ਜਿਹੜਾ ਹੈਗਾ ਵਾਪਸ ਕਰਵਾਇਆ ਜਾ ਸਕੇ ਜਾਂ ਇਹਦੇ ਵਿੱਚ ਸੋਧ ਕਰਵਾਈ ਜਾ ਸਕੇ? ਕੋਈ ਹੈਗਾ ਰਸਤਾ? ਦੇਖੋ, ਚੈਲੰਜ ਸੁਪਰੀਮ ਕੋਰਟਾਂ 'ਚ ਕਈ ਵਾਰੀ ਹੋ ਸਕਦਾ ਕਿ ਨਹੀਂ ਹੋ ਸਕਦਾ, ਲੀਗਲ ਬਾਹਰ ਹੀ ਦੱਸ ਸਕਦੇ ਆ। ਇੱਕੋ ਹੀ ਤਰੀਕਾ ਹੁੰਦਾ ਕਿ ਜੇ ਤੁਸੀਂ ਬਿੱਲ ਨੂੰ ਪਾਰਲੀਮੈਂਟ ਦੇ ਨੂੰ ਆਮ ਤੌਰ 'ਤੇ ਬਹੁਤੀ ਵਾਰੀ ਸੁਪਰੀਮ ਕੋਰਟਾਂ ਦਖਲਅੰਦਾਜ਼ੀ ਨਹੀਂ ਕਰਦੀਆਂ ਜੋ ਪਾਰਲੀਮੈਂਟ ਦੇ ਮੈਜੋਰਟੀ 'ਚ ਪਾਸ ਹੋਏ ਹੁੰਦੇ ਆ। ਬਾਕੀ ਰਾਸ਼ਟਰਪਤੀ ਕੋਲੇ ਹੁੰਦੀ ਹੈ ਕਿ ਉਹ ਜੇ ਰੈਫਰੈਂਸ ਵਾਸਤੇ ਜਿਹੜੀ ਹੈਗੀ ਸੁਪਰੀਮ ਕੋਰਟ ਨੂੰ ਭੇਜ ਦੇਣ, ਤੇ ਉਹਦੇ ਨਾਲ ਇੱਕ ਉਹ ਤਰੀਕਾ ਹੁੰਦਾ, ਉਹ ਅਸੀਂ ਰਿਕੁਐਸਟ ਕਰ ਦਿੱਤੀ ਉਹਨਾਂ ਨੂੰ ਵੀ ਨਾ ਤੁਸੀਂ ਪ੍ਰਵਾਨ ਕਰੋ। ਬਾਕੀ ਇਹ ਅਗਲੀਆਂ ਗੱਲਾਂ ਨੇ, ਇਹਦੇ 'ਤੇ ਹੁਣ ਲੀਗਲ ਮਾਹਰ ਜਿਹੜੇ ਆ ਉਹ ਹੀ ਕੋਈ ਚਾਨਣਾ ਪਾ ਸਕਦੇ ਆ ਕਿ ਕੀ ਇਹਦੇ 'ਤੇ ਕੀਤਾ ਜਾ ਸਕਦਾ। ਸਾਰਿਆਂ ਦੀ ਰਾਏ ਲੈ ਕੇ ਹੁੰਦਾ। ਇੱਕ ਇਹ ਵੀ ਚਰਚਾ ਸੁਣੀ ਜਾ ਰਹੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਜੀ ਨੇ ਕਿਹਾ ਕਿ ਅਗਰ ਸਰਕਾਰੀ ਮੰਡੀ ਐਲਾਨ ਦਿੱਤਾ ਜਾਵੇ ਪੰਜਾਬ ਦੇ ਵਿੱਚ ਸਾਰੇ ਨੂੰ, ਤੇ ਫਿਰ ਨਹੀਂ ਲਾਗੂ ਹੋ ਸਕਦੇ ਸਰਕਾਰੀ ਮੰਡੀ ਤੇ। ਕੀ ਸਹੀ ਗੱਲ ਹੈ? ਉਹ ਅਸੀਂ ਸੁਜੈਸ਼ਨ ਦਿੱਤਾ ਇੱਕ ਪਾਰਟੀ ਨੂੰ, ਕਿਉਂਕਿ ਸਟੇਟ ਗਵਰਨਮੈਂਟ ਦਾ ਰੈਵਨਿਊ ਲਾਸ ਇਹਦੇ 'ਚ ਹੁੰਦਾ, ਤੇ ਉਹਦਾ ਆਧਾਰ ਬਣ ਕੇ ਸਾਰੇ ਸਟੇਟ ਨੂੰ ਇੱਕ ਮੰਡੀ ਦੇ ਡਿਕਲੇਅਰ ਕਰ ਦੇਵੇ, ਤੇ ਫਿਰ ਕਿਤੇ ਵੀ ਬਿਨਾਂ ਮੰਡੀ ਫੀਸ ਤੋਂ ਜਿਹੜੀ ਹੈ ਉਹ ਸੇਲ ਪਰਚੇਜ਼ ਨਹੀਂ ਹੋ ਸਕਦੀ। ਉਹ ਸਾਡਾ ਹੀ ਸੁਜੈਸ਼ਨ ਹੈ, ਅਸੀਂ ਇੱਕ ਦਿੱਤਾ। ਜੇ ਗੌਰਮੈਂਟ ਹੁਣ ਉਹਦੇ 'ਤੇ ਵਿਚਾਰ ਕਰੇ ਚੰਗੀ ਗੱਲ ਹੈ। ਸਭ ਤੋਂ ਪਹਿਲਾਂ ਅਸੀਂ ਵੀ ਮੂਵ ਕੀਤਾ ਵੀ ਜੇ ਸਿੱਧੇ ਤਰੀਕੇ ਨਹੀਂ ਤੇ ਟੇਢੇ ਤਰੀਕੇ ਕਰ ਲਓ। ਮਤਲਬ ਤਾਂ ਇਹ ਹੈ ਕਿ ਪੰਜਾਬ ਦੇ ਆਪਣੇ ਮੰਡੀਕਰਨ ਸਿਸਟਮ ਨੂੰ ਬਚਾਉਣਾ ਤੇ ਆਪਣੇ ਕਿਸਾਨ ਨੂੰ ਬਚਾਉਣਾ। ਤੇ ਉਹਦੇ ਵਾਸਤੇ ਜੇ ਕੋਈ ਸਾਡੀ ਜਿਹੜੀ ਹੈ ਸਲਾਹ ਦੇ ਉੱਤੇ ਗੌਰ ਕਰਦੇ ਆ ਤਾਂ ਬੜੀ ਅੱਛੀ ਗੱਲ ਹੈ, ਅਸੀਂ ਵੈਲਕਮ ਕਰਾਂਗੇ। ਜੇ ਸਰਕਾਰ ਤੁਹਾਡੀ ਸਲਾਹ ਮੰਨ ਲੈਂਦੀ ਹੈ ਤੇ ਕੀ ਫਿਰ ਜਿਹੜੇ ਕਾਨੂੰਨ ਬਣੇ ਆ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਹੋਣਗੇ? ਨਹੀਂ, ਜੋ ਇੱਕ ਵਿਊ ਇਹਦੇ 'ਤੇ ਚੱਲਿਆ, ਅਸੀਂ ਵੀ ਕੁਝ ਲੀਗਲ ਮਾਹਰਾਂ ਤੋਂ ਰਾਏ ਲਈ ਸੀਗੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਹੋ ਸਕਦਾ ਕਿ ਸਟੇਟ ਜਿਹੜੀ ਹੈ ਉਹਨੂੰ ਇਹ ਰਾਈਟ ਹੈਗਾ ਕਿ ਆਪਣੇ ਰੈਵਨਿਊ ਦੇ ਸੋਰਸਿਸ ਬਚਾ ਸਕਦੀ, ਤੇ ਉਹਦੇ ਵਾਸਤੇ ਉਹਦਾ ਕਿਉਂਕਿ APMC ਐਕਟ ਸਟੇਟ ਨੇ ਅਮੈਂਡ ਕਰਨਾ ਹੁੰਦਾ, ਉਹ ਆਪਣਾ ਐਕਟ ਅਮੈਂਡ ਕਰਕੇ ਤੇ ਸਾਰੇ ਏਰੀਆ ਨੂੰ APMC ਦਾ ਏਰੀਆ ਜਿਹੜਾ ਕੇਂਦਰ ਦਾ ਕਾਨੂੰਨ ਹੈ APMC ਤੋਂ ਬਾਹਰ ਲਾਗੂ ਹੁੰਦਾ। ਜੇ ਬਾਹਰਲਾ ਏਰੀਆ ਨਹੀਂ ਹੋਊਗਾ, ਇਹ ਸੋਚ ਕੇ ਚੱਲੇ ਜਿਹੜੀ ਹੈ ਪ੍ਰਪੋਜ਼ਲ ਚੱਲ ਰਹੀ ਹੈ ਕਿ ਜੇ ਬਾਹਰਲਾ ਏਰੀਆ ਨਹੀਂ ਹੋਊਗਾ ਤਾਂ ਸਾਡੇ ਕਿਤੇ ਨੁਕਸਾਨ ਨਹੀਂ ਹੋਊਗਾ। ਆਖਰੀ ਸਵਾਲ ਚੀਮਾ ਸਾਹਿਬ, ਜਿਹੜੀ ਕਿਸਾਨਾਂ ਦੇ ਹੱਕ ਵਿੱਚ ਅਕਾਲੀ ਦਲ ਵੱਲੋਂ ਲੜਾਈ ਸ਼ੁਰੂ ਕੀਤੀ ਗਈ ਆ ਆਪਣੀ ਭਾਈਵਾਲ ਕੇਂਦਰ ਦੇ ਖਿਲਾਫ, ਕਦੋਂ ਤੱਕ ਜਾਰੀ ਰਹੂਗੀ ਇਹ? ਨਹੀਂ, ਇਹ ਤਾਂ ਕਨਕਲੂਜਨ ਤੱਕ ਜਾਰੀ ਰਹੇਗੀ। ਇਹਦਾ ਕੀ ਰੂਪ ਇਹ ਐਜੀਟੇਸ਼ਨ ਲੈਂਦਾ ਇਹ ਪਾਰਟੀ ਤੈਅ ਕਰੇਗੀ ਸਾਰਿਆਂ ਦੀ ਰਾਏ ਦੇ ਨਾਲ। ਪਰ ਇਹਦਾ ਮਕਸਦ ਹੀ ਐਜੀਟੇਸ਼ਨ ਸਟਾਰਟ ਕਰਨ ਦਾ ਹੁੰਦਾ ਕਿ ਜਿੰਨੀ ਦੇਰ ਤੱਕ ਇਹ ਜਿਹੜੀ ਹੈਗੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਦੁਬਾਰਾ ਕਾਨੂੰਨ ਠੀਕ ਨਹੀਂ ਹੁੰਦਾ, ਉਨੀ ਦੇਰ ਤੱਕ ਇਹਦੇ ਬੰਦ ਹੋਣ ਦਾ ਮਤਲਬ ਹੀ ਨਹੀਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪਰੇਖਾ ਤਿਆਰ ਕੀਤੀ ਜਾ ਰਹੀ, ਅੱਗੇ ਕੀ ਹੋਰ ਲੀਗਲ ਕਾਰਵਾਈ ਕੀਤੀ ਜਾ ਰਹੀ ਹੈ? ਹਾਲੇ ਤਾਂ 1 ਤਰੀਕ ਦਾ ਸਾਡਾ ਜਿਹੜਾ ਡੈਮੋਕ੍ਰੈਟਿਕ ਪ੍ਰੋਟੈਸਟ ਦਾ ਵੱਡੇ ਪ੍ਰੋਟੈਸਟ ਦਾ ਪ੍ਰੋਗਰਾਮ ਹੈ, ਉਸ ਤੋਂ ਬਾਅਦ ਜਿਹੜੀਆਂ ਬਾਕੀ ਆਪਸ਼ਨਸ ਕੀ ਹੈਗੀਆਂ ਉਹ ਵਿਚਾਰਾਂਗੇ। ਸੋ ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦੇ ਮੁੱਖ ਬੁਲਾਰੇ। ਇਹਨਾਂ ਨੇ ਦੱਸਿਆ ਕਿ ਇਹ ਕਿਸਾਨਾਂ ਦੇ ਨਾਲ ਹਮੇਸ਼ਾ ਅਕਾਲੀ ਦਲ ਖੜੀ ਹੈ ਤੇ ਕਿਸਾਨ ਹਿਤੈਸ਼ੀ ਅਕਾਲੀ ਪਾਰਟੀ ਹੈ, ਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਗੁੰਮਰਾਹ ਕਰਕੇ ਅਕਾਲੀ ਦਲ ਦੇ ਖਿਲਾਫ ਭੜਕਾਇਆ ਜਾ ਰਿਹਾ, ਜਦੋਂ ਕਿ ਕਿਸਾਨ ਭਲੀ ਭਾਂਤੀ ਜਾਣਦੇ ਹੈ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ। ਭਾਵੇਂ SYL ਦਾ ਮਾਮਲਾ ਹੋਵੇ, ਉਸ ਸਮੇਂ ਵੀ ਅਕਾਲੀ ਦਲ ਵੱਲੋਂ ਕਿਸਾਨਾਂ ਨੂੰ ਜ਼ਮੀਨ ਵਾਪਸ ਦਿੱਤੀ ਗਈ ਸੀ, ਤੇ ਹੁਣ ਵੀ ਅਕਾਲੀ ਦਲ ਜਦੋਂ ਤੱਕ ਇਹਨਾਂ ਬਿੱਲਾਂ ਦਾ ਕੋਈ ਹੱਲ ਨਹੀਂ ਹੁੰਦਾ, ਕਿਸਾਨਾਂ ਦੇ ਹੱਕ ਵਿੱਚ ਫੈਸਲਾ ਨਹੀਂ ਹੁੰਦਾ, ਉਦੋਂ ਤੱਕ ਅਕਾਲੀ ਦਲ ਇਹ ਲੜਾਈ ਲੜਦਾ ਰਹੇਗਾ। ਰੂਪਨਗਰ ਤੋਂ ਕੈਮਰਾਮੈਨ ਹਨੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।